ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। 에ਅਰ ਕੈਨੇਡਾ ਨੇ ਅਧਿਕਾਰਤ ਤੌਰ ਤੇ ਕੀਤਾ ਐਲਾਨ, ਭਾਰਤ ਲਈ ਜੂਨ 22 ਤੱਕ ਫਲਾਈਟਾਂ ਬੰਦ। ਕੈਨੇਡਾ ਸਰਕਾਰ ਤੋਂ ਅਧਿਕਾਰੀਆਂ ਦੇ ਵੱਲੋਂ ਇਸ ਉੱਤੇ ਕੀ ਕਿਹਾ ਗਿਆ, ਇਹ ਦੱਸਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਵੱਲੋਂ ਨਵੀਂ ਪਾਲਿਸੀ, ਜਹਾਜ਼ ਕ੍ਰੈਸ਼ ਹੋਣ ਕਰਕੇ ਜਾਨ ਗਵਾਉਣ ਵਾਲੇ ਪੀੜਤਾਂ ਦੇ ਪਰਿਵਾਰਕ ਮੈਂਬਰਾਂ ਨੂੰ PR। ਕੈਨੇਡਾ ਵਿੱਚ ਐਸਟਰਾਜ਼ੈਨੇਕਾ ਦਾ ਟੀਕਾ ਲੱਗਣ ਤੋਂ ਬਾਅਦ ਬਲੱਡ ਕਲੌਟ ਬਣਨ ਦੇ ਹੁਣ ਤੱਕ 28 ਮਾਮਲੇ ਆਏ ਸਾਹਮਣੇ, 4 ਮੌਤਾਂ। ਕੈਨੇਡਾ ਵਿੱਚ ਕਈ ਦਹਾਕਿਆਂ ਤੋਂ ਬੱਸ ਸਰਵਿਸ ਦੇ ਰਹੀ ਗ੍ਰੇਹਾਉਂਡ ਕੰਪਨੀ ਦਾ ਐਲਾਨ, ਅੱਜ ਅੱਧੀ ਰਾਤ ਤੋਂ ਕੈਨੇਡਾ ਭਰ ਵਿੱਚ ਪੱਕੇ ਤੌਰ ਤੇ ਬੰਦ ਕੀਤੀ ਜਾ ਰਹੀ ਹੈ ਸਰਵਿਸ। ਐਲਬਰਟਾ ਦੇ ਸਿਹਤ ਅਧਿਕਾਰੀਆਂ ਦਾ ਐਲਾਨ, ਕਿਸੇ ਬਿਮਾਰੀ ਕਾਰਨ ਮਾਸਕ ਨਾ ਪਾ ਸਕਣ ਵਾਲਿਆਂ ਨੂੰ ਹੁਣ ਦਿਖਾਉਣੀ ਪਵੇਗੀ ਚਿੱਠੀ। ਦਵਾਂਗੇ ਇਸ ਦੇ ਬਾਰੇ ਪੂਰੀ ਜਾਣਕਾਰੀ। ਕੋਵਿਡ-19 ਕਰਕੇ ਆਰਥਿਕਤਾ ਤੇ ਪਏ ਬੁਰੇ ਪ੍ਰਭਾਵ ਦੌਰਾਨ ਵੀ ਕੈਨੇਡੀਅਨ ਡਾਲਰ ਹੋਇਆ ਹੋਰ ਮਜ਼ਬੂਤ। ਇਸ ਦੇ ਨਾਲ ਹੀ ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਕੈਨੇਡਾ ਸਰਕਾਰ ਨੇ ਫਿਲਹਾਲ ਆਫੀਸ਼ੀਅਲੀ ਯਾਨੀ ਕਿ ਅਧਿਕਾਰਤ ਤੌਰ ਤੇ ਕੋਈ ਵੀ ਐਲਾਨ ਨਹੀਂ ਕੀਤਾ ਕਿ ਭਾਰਤ ਤੇ ਪਾਕਿਸਤਾਨ ਦੇ ਵਾਸਤੇ ਫਲਾਈਟਾਂ ਨੂੰ ਬੰਦ ਰੱਖਣ ਦਾ ਸਮਾਂ ਹੈ ਜੋ ਉਹ ਹੋਰ ਵਧਾਇਆ ਜਾਵੇਗਾ, ਪਰ 에ਅਰ ਕੈਨੇਡਾ ਨੇ ਇਸ ਬਾਰੇ ਐਲਾਨ ਕਰ ਦਿੱਤਾ ਹੈ। 에ਅਰ ਕੈਨੇਡਾ ਕੰਪਨੀ ਨੇ ਅਧਿਕਾਰਤ ਤੌਰ ਤੇ ਐਲਾਨ ਕੀਤਾ ਹੈ ਕਿ 22 ਜੂਨ ਤੱਕ ਭਾਰਤ ਦੇ ਵਾਸਤੇ ਫਲਾਈਟਾਂ ਉਹ ਬੰਦ ਰੱਖ ਰਹੇ ਨੇ। 에ਅਰ ਕੈਨੇਡਾ ਨੇ ਅਧਿਕਾਰਤ ਤੌਰ ਤੇ ਐਲਾਨ ਕਰ ਦਿੱਤਾ ਹੈ ਕਿ ਉਹ ਭਾਰਤ ਦੇ ਵਾਸਤੇ ਫਲਾਈਟਾਂ ਬੰਦ ਕਰਨ ਦੇ ਸਮੇਂ ਨੂੰ ਇੱਕ ਹੋਰ ਮਹੀਨੇ ਤੱਕ ਵਧਾ ਰਹੇ ਨੇ, ਜਦ ਕਿ ਅਜਿਹਾ ਕੋਈ ਐਲਾਨ ਹਜੇ ਤੱਕ ਕੈਨੇਡਾ ਸਰਕਾਰ ਨੇ ਨਹੀਂ ਕੀਤਾ ਹੈ। ਇਸ ਬਾਰੇ ਪੀਟਰ ਫਿਟਜ਼ਪੈਟਰਿਕ, ਜੋ ਕਿ 에ਅਰ ਕੈਨੇਡਾ ਦੇ ਵੱਲੋਂ ਬੁਲਾਰੇ ਨੇ, ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਭਾਰਤ ਵਾਸਤੇ ਫਲਾਈਟਾਂ ਬੰਦ ਕਰਨ ਦੇ ਸਮੇਂ ਨੂੰ ਉਹ ਜੂਨ 22 ਤੱਕ ਕਰ ਰਹੇ ਨੇ। ਜੂਨ 22 ਤੱਕ ਯਾਨੀ ਕਿ ਉਹ ਟਿਕਟਸ ਬੁੱਕ ਨਹੀਂ ਕਰਨਗੇ। ਇਸ ਬਾਰੇ ਉਹਨਾਂ ਨੇ ਐਲਾਨ ਕੀਤਾ ਹੈ। ਇਸ ਮੌਕੇ ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਦੇ ਵਾਸਤੇ ਫਲਾਈਟਾਂ ਬੰਦ ਕੀਤੀਆਂ ਹੋਈਆਂ ਨੇ, ਜੋ ਕਿ ਅਪ੍ਰੈਲ 22 ਨੂੰ ਐਲਾਨ ਕੀਤਾ ਸੀ ਤੇ 30 ਦਿਨ ਦੇ ਵਾਸਤੇ ਐਲਾਨ ਕੀਤਾ ਗਿਆ ਸੀ। 에ਅਰ ਕੈਨੇਡਾ ਦੇ ਵੱਲੋਂ ਪਾਕਿਸਤਾਨ ਵਾਸਤੇ ਕੋਈ ਵੀ ਫਲਾਈਟਾਂ ਦੀ ਸਰਵਿਸ ਨਹੀਂ ਹੈ ਤੇ ਭਾਰਤ ਦੇ ਵਾਸਤੇ ਇਹ ਸਰਵਿਸ ਹੈ, ਜਿਸ ਦੇ ਲਈ ਉਹਨਾਂ ਨੇ ਐਲਾਨ ਕੀਤਾ ਹੈ ਕਿ ਭਾਰਤ ਵਾਸਤੇ ਹੁਣ 22 ਜੂਨ ਤੱਕ ਉਹ ਫਲਾਈਟਾਂ ਬੰਦ ਰੱਖਣਗੇ। ਫਿਲਹਾਲ ਤੱਕ ਸਿਹਤ ਅਧਿਕਾਰੀਆਂ ਦੇ ਵੱਲੋਂ ਇਹੋ ਕਿਹਾ ਜਾ ਰਿਹਾ ਹੈ ਕਿ ਫਿਲਹਾਲ ਫੈਡਰਲ ਸਰਕਾਰ ਨੇ ਇਸ ਬੈਨ ਨੂੰ ਅੱਗੇ ਵਧਾਉਣ ਦੇ ਵਾਸਤੇ ਕੋਈ ਪੁਸ਼ਟੀ ਤਾਂ ਨਹੀਂ ਕੀਤੀ, ਪਰ ਇਸ ਮੌਕੇ ਜੋ ਭਾਰਤ ਤੇ ਪਾਕਿਸਤਾਨ ਦੇ ਵਿੱਚ ਕੋਵਿਡ-19 ਦੇ ਕਰਕੇ ਹਾਲਾਤ ਬਣੇ ਹੋਏ ਨੇ, ਉਸ ਦੇ ਉੱਤੇ ਸਿਹਤ ਅਧਿਕਾਰੀਆਂ ਦੇ ਵੱਲੋਂ ਜਦੋਂ ਜਾਣਕਾਰੀ ਦਿੱਤੀ ਜਾਵੇਗੀ ਤਾਂ ਹੀ ਇਸ ਦੇ ਉੱਤੇ ਕੋਈ ਅੱਗੇ ਫੈਸਲਾ ਲਿਆ ਜਾਵੇਗਾ। ਜਿਸ ਦੇ ਬਾਰੇ ਕੈਨੇਡਾ ਸਰਕਾਰ ਤੋਂ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ 에ਅਰ ਕੈਨੇਡਾ ਨੇ ਜੋ ਇਹ ਐਲਾਨ ਕੀਤਾ ਹੈ ਉਹ ਆਪਣੇ ਪੱਧਰ ਦੇ ਉੱਤੇ ਕੀਤਾ ਹੈ। ਭਾਰਤ ਵਿੱਚ ਕੋਵਿਡ-19 ਦੇ ਮਾਮਲੇ ਇਸ ਸਮੇਂ ਕਾਫੀ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆ ਰਹੇ ਨੇ। ਜਦੋਂ ਫਲਾਈਟਾਂ ਰੋਕਣ ਦਾ ਐਲਾਨ ਹੋਇਆ ਸੀ ਅਪ੍ਰੈਲ 22 ਨੂੰ, ਤਾਂ ਉਸ ਸਮੇਂ ਇਹ ਗਿਣਤੀ ਕਾਫੀ ਜ਼ਿਆਦਾ ਸੀ, ਜੋ ਕਿ ਹੁਣ ਵੀ ਉਸੇ ਤਰ੍ਹਾਂ ਚੱਲ ਰਹੀ ਹੈ। ਜਿਸ ਤੋਂ ਬਾਅਦ ਮੰਨਿਆ ਇਹੋ ਜਾ ਰਿਹਾ ਹੈ ਕਿ ਜੋ ਇਸ ਸਮੇਂ ਹਾਲਾਤ ਨੇ ਉਸ ਨੂੰ ਦੇਖਦੇ ਹੋਏ ਫਲਾਈਟਾਂ ਬੈਨ ਕਰਨ ਦੇ ਸਮੇਂ ਨੂੰ ਵਧਾਇਆ ਜਾ ਸਕਦਾ ਹੈ ਕੈਨੇਡਾ ਸਰਕਾਰ ਦੇ ਵੱਲੋਂ ਵੀ। ਜਿਵੇਂ ਹੀ ਇਸ ਦੇ ਉੱਤੇ ਕੋਈ ਹੋਰ ਅਪਡੇਟ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ। ਅਗਲੀ ਖਬਰ ਹੈ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਨਵੀਂ ਪਾਲਿਸੀ ਲਿਆਂਦੀ ਗਈ ਹੈ। ਮਈ 12 ਨੂੰ ਲਿਆਂਦੀ ਗਈ ਇਸ ਪਾਲਿਸੀ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਜੋ ਇਥੋਪੀਅਨ 에ਅਰਲਾਈਨ ਤੇ ਨਾਲ ਹੀ ਜੋ ਯੂਕਰੇਨ 에ਅਰਲਾਈਨ ਦਾ ਜਹਾਜ਼ ਕ੍ਰੈਸ਼ ਹੋਇਆ ਸੀ, ਉਸ ਦੇ ਵਿੱਚ ਜਿਨ੍ਹਾਂ ਦੀਆਂ ਜਾਨਾਂ ਗਈਆਂ, ਉਹਨਾਂ ਦੇ ਨਾਲ ਸੰਬੰਧਿਤ ਜੋ ਪੀੜਤ ਪਰਿਵਾਰ ਨੇ, ਉਹਨਾਂ ਨੂੰ ਕੈਨੇਡਾ ਦੀ PR ਦਿੱਤੀ ਜਾਵੇਗੀ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਮਈ 12 ਦੇ ਦਿਨ ਐਲਾਨ ਕੀਤਾ ਹੈ ਕਿ ਉਹਨਾਂ ਦੇ ਵੱਲੋਂ ਨਵੀਂ ਇੱਕ ਪਬਲਿਕ ਪਾਲਿਸੀ ਐਲਾਨੀ ਗਈ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਜੋ ਜਹਾਜ਼ ਕ੍ਰੈਸ਼ ਹੋਏ ਸੀ ਉਸ ਦੇ ਪੀੜਤਾਂ ਦੇ ਵਾਸਤੇ ਕੈਨੇਡਾ ਦੀ PR ਦਿੱਤੀ ਜਾਵੇਗੀ। ਇਸ ਮੌਕੇ ਇੱਥੇ ਦੱਸਿਆ ਗਿਆ ਕਿ ਜੋ ਇਥੋਪੀਅਨ 에ਅਰਲਾਈਨਸ ਫਲਾਈਟ ਨੰਬਰ 302 ਤੇ ਯੂਕਰੇਨ ਇੰਟਰਨੈਸ਼ਨਲ 에ਅਰਲਾਈਨਸ ਦੀ ਫਲਾਈਟ ਨੰਬਰ 752 ਕ੍ਰੈਸ਼ ਹੋਈਆਂ ਸਨ, ਉਸ ਦੇ ਵਿੱਚ ਜਿਨ੍ਹਾਂ ਦੀ ਜਾਨ ਗਈ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਕੈਨੇਡਾ ਦੀ PR ਦਿੱਤੀ ਜਾਵੇਗੀ। ਮਈ 11, 2022 ਤੱਕ ਦਾ ਸਮਾਂ ਹੈ ਕਿ ਇਸ ਦੇ ਵਾਸਤੇ ਅਪਲਾਈ ਕੀਤਾ ਜਾ ਸਕਦਾ ਹੈ। ਇਸ ਸਮੇਂ PR ਲਗਾਉਣ ਦਾ ਮੌਕਾ ਸਿਰਫ ਉਹਨਾਂ ਨੂੰ ਮਿਲੇਗਾ ਜਿਹੜੇ ਪਰਿਵਾਰਕ ਮੈਂਬਰ ਕੈਨੇਡਾ ਦੇ ਵਿੱਚ ਇਸ ਸਮੇਂ ਮੌਜੂਦ ਨੇ। ਇਸ ਬਾਰੇ ਅਜੇ ਜਾਣਕਾਰੀ ਆਉਣੀ ਬਾਕੀ ਹੈ ਕਿ ਜਿਹੜੇ ਪੀੜਤ ਪਰਿਵਾਰ ਇਸ ਮੌਕੇ ਕੈਨੇਡਾ ਦੇ ਬਾਹਰਲੇ ਮੁਲਕਾਂ ਦੇ ਵਿੱਚ ਨੇ ਕਿ ਉਹ ਕਿਸ ਤਰ੍ਹਾਂ PR ਕੈਨੇਡਾ ਦੀ ਅਪਲਾਈ ਕਰ ਸਕਦੇ ਨੇ। ਜਦੋਂ ਉਹਨਾਂ ਨੂੰ ਵੀ PR ਦੇਣ ਦੇ ਵਾਸਤੇ ਐਲਾਨ ਹੋਵੇਗਾ ਤਾਂ ਇਸ ਸੰਬੰਧੀ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਦੁਬਾਰਾ ਤੋਂ ਜਾਣਕਾਰੀ ਦਿੱਤੀ ਜਾਵੇਗੀ। ਫਿਲਹਾਲ ਜਿਹੜੇ ਇਹ ਜਹਾਜ਼ ਕ੍ਰੈਸ਼ ਹੋਏ ਸੀ ਉਹਨਾਂ ਦੇ ਵਿੱਚ ਜਾਨ ਗਵਾਉਣ ਵਾਲਿਆਂ ਦੇ ਪਰਿਵਾਰਕ ਮੈਂਬਰ ਜੋ ਇਸ ਸਮੇਂ ਕੈਨੇਡਾ ਦੇ ਵਿੱਚ ਮੌਜੂਦ ਨੇ, ਉਹ PR ਲਗਾ ਸਕਦੇ ਨੇ। ਇਸ ਮੌਕੇ ਇਹ ਵੀ ਕਿਹਾ ਗਿਆ ਕਿ ਕੈਨੇਡਾ ਵਿੱਚ ਜਿਹੜੇ ਪੀੜਤ ਪਰਿਵਾਰ ਰਹਿ ਰਹੇ ਹੋਣ, ਜੇਕਰ ਉਹਨਾਂ ਦਾ ਇਸ ਸਮੇਂ ਕੋਈ ਸਟੇਟਸ ਵੀ ਨਾ ਹੋਵੇ ਤਾਂ ਵੀ ਉਹ PR ਦੇ ਵਾਸਤੇ ਯੋਗਤਾ ਰੱਖਦੇ ਨੇ ਤੇ ਉਹ PR ਲਗਾ ਸਕਦੇ ਨੇ। 10 ਮਾਰਚ 2019 ਦਾ ਦਿਨ ਸੀ ਜਦੋਂ ਇਥੋਪੀਅਨ 에ਅਰਲਾਈਨਸ ਫਲਾਈਟ ਨੰਬਰ 302 ਕ੍ਰੈਸ਼ ਹੋਈ ਸੀ, ਜੋ ਕਿ ਇਥੋਪੀਆ ਦੇ ਵਿੱਚ ਹੀ ਕ੍ਰੈਸ਼ ਹੋਈ ਸੀ, ਜਿਸ ਕਰਕੇ
157 ਵਿਅਕਤੀਆਂ ਦੀ ਜਾਨ ਚਲੀ ਗਈ ਸੀ, ਜਿਨ੍ਹਾਂ ਦੇ ਵਿੱਚ 18 ਕੈਨੇਡੀਅਨ ਸਨ। ਇਸ ਦੇ ਨਾਲ ਹੀ ਜਨਵਰੀ 8 2020 ਨੂੰ ਈਰਾਨ ਦੇ ਵਿੱਚ ਜਹਾਜ਼ ਕ੍ਰੈਸ਼ ਹੋਇਆ, ਜਿਸ ਦੇ ਵਿੱਚ 55 ਕੈਨੇਡਾ ਵਾਸੀਆਂ ਦੀ ਤੇ 30 ਅਜਿਹੇ ਜਿਹੜੇ ਕਿ ਕੈਨੇਡਾ ਦੇ PR ਸਨ, ਉਹਨਾਂ ਦੀ ਜਾਨ ਚਲੀ ਗਈ ਸੀ। ਕੁੱਲ 176 ਉਸ ਮੌਕੇ ਜਾਨਾਂ ਗਈਆਂ ਸਨ, ਜਿਨ੍ਹਾਂ ਦੇ ਵਿੱਚੋਂ 138 ਕੈਨੇਡਾ ਤੋਂ ਸਨ। ਕੈਨੇਡਾ ਭਰ ਵਿੱਚ ਐਸਟਰਾਜ਼ੈਨੇਕਾ ਦੇ ਟੀਕੇ ਨੂੰ ਲੈ ਕੇ ਵੱਖੋ-ਵੱਖਰੇ ਸਵਾਲ ਉੱਠ ਰਹੇ ਨੇ। ਕਈ ਸੂਬਿਆਂ ਨੇ ਫੈਸਲਾ ਲੈ ਲਿਆ ਕਿ ਉਹ ਐਸਟਰਾਜ਼ੈਨੇਕਾ ਦਾ ਟੀਕਾ ਹੈ ਜੋ ਲਗਾਉਣਾ ਬੰਦ ਕਰ ਰਹੇ ਨੇ ਤੇ ਇਸ ਦੇ ਨਾਲ ਸੰਬੰਧਿਤ ਇਸੇ ਸਮੇਂ ਸਿਹਤ ਅਧਿਕਾਰੀਆਂ ਦੇ ਵੱਲੋਂ ਤਾਜ਼ਾ ਅੰਕੜੇ ਦਿੱਤੇ ਗਏ ਨੇ ਕਿ ਐਸਟਰਾਜ਼ੈਨੇਕਾ ਦਾ ਟੀਕਾ ਲੱਗਣ ਤੋਂ ਬਾਅਦ ਹੁਣ ਤੱਕ 28 ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਦੇ ਵਿੱਚ ਬਲੱਡ ਕਲੌਟ ਬਣੇ ਨੇ ਤੇ 4 ਮੌਤਾਂ ਹੋ ਚੁੱਕੀਆਂ ਨੇ। ਕੈਨੇਡਾ ਭਰ ਵਿੱਚ ਐਸਟਰਾਜ਼ੈਨੇਕਾ ਦਾ ਟੀਕਾ ਲੱਗਣ ਤੋਂ ਬਾਅਦ ਹੁਣ ਤੱਕ 28 ਅਜਿਹੇ ਮਾਮਲੇ ਸਾਹਮਣੇ ਆ ਚੁੱਕੇ ਨੇ, ਜਿਸ ਦੇ ਵਿੱਚ ਬਲੱਡ ਕਲੌਟ ਬਣੇ ਨੇ ਵਿਅਕਤੀਆਂ ਦੇ। ਇਸ ਟੀਕੇ ਦੇ ਲੱਗਣ ਤੋਂ ਬਾਅਦ ਹੁਣ ਤੱਕ ਕੈਨੇਡਾ ਭਰ ਵਿੱਚ ਸਿਹਤ ਅਧਿਕਾਰੀਆਂ ਮੁਤਾਬਕ 23 ਲੱਖ ਐਸਟਰਾਜ਼ੈਨੇਕਾ ਦੇ ਟੀਕੇ ਦੀਆਂ ਡੋਜ਼ਸ ਲੱਗ ਚੁੱਕੀਆਂ ਨੇ ਤੇ ਇਸ ਤੋਂ ਬਾਅਦ VITT ਯਾਨੀ ਕਿ ਵੈਕਸੀਨ ਇੰਡਿਊਸਡ ਥ੍ਰੋਮਬੋਟਿਕ ਥ੍ਰੋਮਬੋਸਾਈਟੋਪੀਨੀਆ ਇੱਕ ਅਜਿਹੀ ਬਿਮਾਰੀ ਹੈ। ਇਸ ਦੇ ਮਾਮਲੇ ਸਾਹਮਣੇ ਆਏ ਨੇ ਕਿ ਸਰੀਰ ਦੇ ਵਿੱਚ ਖੂਨ ਜੰਮਣ ਲੱਗਦਾ ਹੈ ਤੇ ਇਸ ਦੇ ਲੱਛਣ ਨੇ ਜੋ ਟੀਕਾ ਲੱਗਣ ਤੋਂ ਬਾਅਦ 4 ਤੋਂ 28 ਦਿਨ ਦੇ ਵਿੱਚ ਸਾਹਮਣੇ ਆਉਣੇ ਸ਼ੁਰੂ ਹੁੰਦੇ ਨੇ, ਜਿਸ ਦੇ ਇਲਾਜ ਦੇ ਵਿੱਚ ਜੇਕਰ ਦੇਰੀ ਹੋ ਜਾਵੇ ਤਾਂ ਇਸ ਦੇ ਵਿੱਚ ਮੌਤ ਵੀ ਹੋ ਸਕਦੀ ਹੈ। ਇਸ ਦੇ ਕਰਕੇ ਕੈਨੇਡਾ ਭਰ ਵਿੱਚ ਹੁਣ ਤੱਕ 4 ਮੌਤਾਂ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ। ਇਸ ਦਾ ਇਲਾਜ ਸੰਭਵ ਤਾਂ ਹੈ, ਪਰ ਇਹ ਜਾਨਲੇਵਾ ਵੀ ਹੈ। ਇਸ ਮੌਕੇ ਕਈ ਸੂਬਿਆਂ ਦੇ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਉਹ ਐਸਟਰਾਜ਼ੈਨੇਕਾ ਦੇ ਟੀਕੇ ਹੋਰ ਨਹੀਂ ਲਗਾਉਣਗੇ। ਐਲਬਰਟਾ, ਨਿਊ ਬ੍ਰੰਸਵਿਕ, ਨੋਵਾ ਸਕੋਸ਼ੀਆ, ਓਨਟਾਰੀਓ, ਸਸਕੈਚੁਅਨ ਤੇ ਕਿਊਬੈਕ, ਇਹਨਾਂ ਸਾਰਿਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਪਹਿਲੀ ਡੋਜ਼ ਵਾਸਤੇ ਵੀ ਫਿਲਹਾਲ ਉਹਨਾਂ ਦੇ ਵੱਲੋਂ ਐਸਟਰਾਜ਼ੈਨੇਕਾ ਦੇ ਟੀਕੇ ਲਗਾਉਣੇ ਬੰਦ ਕੀਤੇ ਜਾ ਰਹੇ ਨੇ। ਓਨਟਾਰੀਓ ਦੇ ਵੱਲੋਂ ਇਹ ਐਲਾਨ ਉਸ ਸਮੇਂ ਕੀਤਾ ਗਿਆ ਜਿਸ ਦੇ ਵਿੱਚ ਉੱਥੇ ਤੋਂ ਸਿਹਤ ਅਧਿਕਾਰੀਆਂ ਦਾ ਮੰਨਣਾ ਹੈ ਕਿ ਇਸ ਬਿਮਾਰੀ ਦੇ ਜੋ ਮਾਮਲੇ ਨੇ 60,000 ਟੀਕੇ ਲੱਗਣ ਤੋਂ ਬਾਅਦ ਇੱਕ ਮਾਮਲਾ ਔਸਤਨ ਸਾਹਮਣੇ ਆ ਰਿਹਾ ਹੈ, ਜਦ ਕਿ ਜੋ ਸਿਹਤ ਵਿਭਾਗ ਦੇ ਵੱਲੋਂ ਕੈਨੇਡਾ ਦੇ ਜਾਣਕਾਰੀ ਦਿੱਤੀ ਗਈ ਸੀ ਉਸ ਦੇ ਨਾਲੋਂ ਇਹ ਅੰਕੜੇ ਕਾਫੀ ਵੱਖਰੇ ਨੇ, ਜਿਸ ਦੇ ਵਿੱਚ ਹੁਣ ਤੱਕ ਸਿਹਤ ਅਧਿਕਾਰੀਆਂ ਦੇ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ 1 ਲੱਖ ਤੋਂ ਵੱਧ ਜਦੋਂ ਐਸਟਰਾਜ਼ੈਨੇਕਾ ਦੇ ਟੀਕੇ ਲੱਗਣ ਦੇ ਮਾਮਲੇ ਸਾਹਮਣੇ ਆਉਂਦੇ ਨੇ ਤਾਂ ਉਹਨਾਂ ਤੋਂ ਬਾਅਦ ਕਿਤੇ ਇੱਕ ਔਸਤਨ ਮਾਮਲਾ ਬਲੱਡ ਕਲੌਟ ਬਣਨ ਦਾ ਸਾਹਮਣੇ ਆਉਂਦਾ ਹੈ। ਪਰ ਲੋਕਾਂ ਦੇ ਵਿੱਚ ਇਸ ਨੂੰ ਲੈ ਕੇ ਕਾਫੀ ਜ਼ਿਆਦਾ ਡਰ ਵੀ ਪਾਇਆ ਜਾ ਰਿਹਾ ਹੈ ਤੇ ਉਹ ਐਸਟਰਾਜ਼ੈਨੇਕਾ ਦਾ ਟੀਕਾ ਨਹੀਂ ਲਗਵਾਉਣਾ ਚਾਹੁੰਦੇ। ਤੁਹਾਨੂੰ ਦੱਸ ਦਈਏ ਕਿ ਕੋਵੈਕਸ ਜੋ ਕਿ ਉਹ ਕੰਪਨੀ ਹੈ ਜਿਸ ਦੇ ਵੱਲੋਂ ਟੀਕਿਆਂ ਦੀ ਸਪਲਾਈ ਹੈ ਵੱਖ-ਵੱਖਰੇ ਦੇਸ਼ਾਂ ਦੇ ਵਿੱਚ ਇਸ ਮੌਕੇ ਕੀਤੀ ਜਾ ਰਹੀ ਹੈ ਤੇ ਉਹਨਾਂ ਦੇ ਵੱਲੋਂ ਅੱਜ ਹੀ ਕੈਨੇਡਾ ਦੇ ਵਿੱਚ ਐਸਟਰਾਜ਼ੈਨੇਕਾ ਦੇ ਟੀਕਿਆਂ ਦੀਆਂ 6,65,000 ਡੋਜ਼ਸ ਭੇਜੀਆਂ ਗਈਆਂ ਨੇ। ਜੋ ਇਹ ਟੀਕੇ ਨੇ ਉਹ 3 ਮਹੀਨੇ ਤੱਕ ਰੱਖੇ ਜਾ ਸਕਦੇ ਨੇ, ਯਾਨੀ ਕਿ ਅਗਸਤ ਦੇ ਅੰਤ ਤੱਕ ਇਹ ਸਾਰੇ ਟੀਕੇ ਲੱਗਣੇ ਜ਼ਰੂਰੀ ਨੇ। ਅੱਗੇ ਜਾਣਕਾਰੀ ਹੈ ਕਿ ਕਈ ਦਹਾਕਿਆਂ ਤੋਂ ਕੈਨੇਡਾ ਵਿੱਚ ਸਰਵਿਸ ਦੇ ਰਹੀ ਗ੍ਰੇਹਾਉਂਡ ਬੱਸ ਸਰਵਿਸ ਹੈ ਜੋ ਉਹ ਬੰਦ ਪੂਰੀ ਤਰ੍ਹਾਂ ਹੋਣ ਜਾ ਰਹੀ ਹੈ। ਗ੍ਰੇਹਾਉਂਡ ਕੰਪਨੀ ਨੇ ਸਾਲ 2018 ਵਿੱਚ ਐਲਾਨ ਕੀਤਾ ਸੀ ਕਿ ਪੱਛਮੀ ਕੈਨੇਡਾ ਵਿੱਚ ਉਹਨਾਂ ਨੇ ਆਪਣੀ ਸਰਵਿਸ ਬੰਦ ਕੀਤੀ ਸੀ, ਪਰ ਹੁਣ ਇਸ ਤੋਂ ਬਾਅਦ ਪੂਰੇ ਕੈਨੇਡਾ ਵਿੱਚ ਪੱਕੇ ਤੌਰ ਦੇ ਉੱਤੇ ਅੱਜ ਅੱਧੀ ਰਾਤ ਤੋਂ ਆਪਣੀ ਸਰਵਿਸ ਬੰਦ ਕਰਨ ਦਾ ਉਹਨਾਂ ਨੇ ਐਲਾਨ ਕਰ ਦਿੱਤਾ ਹੈ। ਗ੍ਰੇਹਾਉਂਡ ਬੱਸ ਕੰਪਨੀ ਨੇ ਐਲਾਨ ਕੀਤਾ ਹੈ ਕਿ ਕੈਨੇਡਾ ਵਿੱਚ ਉਹ ਆਪਣੇ ਸਾਰੇ ਰੂਟ ਪੱਕੇ ਤੌਰ ਦੇ ਉੱਤੇ ਬੰਦ ਕਰ ਰਹੇ ਨੇ। ਇਸ ਕੰਪਨੀ ਦੇ ਵੱਲੋਂ ਕੈਨੇਡਾ ਵਿੱਚ ਆਪਣੀ ਸਰਵਿਸ ਬੰਦ ਕੀਤੀ ਜਾ ਰਹੀ ਹੈ, ਜੋ ਕਿ ਅੱਜ ਯਾਨੀ ਕਿ ਵੀਰਵਾਰ ਦੀ ਅੱਧੀ ਰਾਤ ਤੋਂ ਹੀ ਬੰਦ ਕਰ ਦਿੱਤੀ ਜਾਵੇਗੀ। ਇਸ ਕੰਪਨੀ ਨੇ ਸਾਲ 2018 ਵਿੱਚ ਐਲਾਨ ਕੀਤਾ ਸੀ ਜਦੋਂ ਪੱਛਮੀ ਕੈਨੇਡਾ ਵਿੱਚ ਆਪਣੀ ਸਰਵਿਸ ਪੂਰੀ ਤਰ੍ਹਾਂ ਬੰਦ ਕਰ ਦਿੱਤੀ ਸੀ ਤੇ ਉਸ ਤੋਂ ਬਾਅਦ ਓਨਟਾਰੀਓ ਤੇ ਕਿਊਬੈਕ ਵਿੱਚ ਜੋ ਵੱਖੋ-ਵੱਖਰੇ ਰੂਟ ਸਨ ਬੱਸ ਕੰਪਨੀ ਦੇ, ਉੱਥੇ ਕੋਵਿਡ-19 ਦੇ ਕਰਕੇ ਪਏ ਪ੍ਰਭਾਵ ਦੇ ਦੌਰਾਨ ਸਾਲ 2020 ਦੇ ਵਿੱਚ ਸਰਵਿਸ ਰੋਕ ਦਿੱਤੀ ਗਈ ਸੀ। ਪਰ ਹੁਣ ਕੈਨੇਡਾ ਦੇ ਵਿੱਚ ਜੋ ਡੋਮੈਸਟਿਕ ਯਾਨੀ ਕਿ ਕੈਨੇਡਾ ਦੇ ਅੰਦਰ ਹੀ ਬੱਸ ਸਰਵਿਸ ਚੱਲ ਵੀ ਰਹੀ ਸੀ ਉਸ ਨੂੰ ਵੀ ਪੂਰੀ ਤਰ੍ਹਾਂ ਬੰਦ ਕੀਤਾ ਜਾ ਰਿਹਾ ਹੈ। ਇਸ ਦੇ ਬਾਰੇ ਜਾਣਕਾਰੀ ਦਿੰਦੇ ਹੋਏ ਬੱਸ ਕੰਪਨੀ ਦੇ ਅਧਿਕਾਰੀਆਂ ਦੇ ਵੱਲੋਂ ਕਿਹਾ ਗਿਆ ਹੈ ਕਿ ਇਸ ਸਮੇਂ ਪੂਰੇ ਸਾਲ ਦੀ ਜੋ ਉਹਨਾਂ ਨੂੰ ਕਮਾਈ ਹੋ ਰਹੀ ਹੈ ਉਸ ਤੋਂ ਬਾਅਦ ਇਹ ਨਾਮੁਮਕਿਨ ਹੈ ਕਿ ਉਹ ਆਪਣੀ ਸਰਵਿਸ ਨੂੰ ਇਸੇ ਤਰ੍ਹਾਂ ਜਾਰੀ ਰੱਖਣ। ਬੱਸ ਕੰਪਨੀ ਨੂੰ ਕਾਫੀ ਜ਼ਿਆਦਾ ਘਾਟਾ ਪਿਆ ਜਿਸ ਕਰਕੇ ਉਹਨਾਂ ਨੇ ਆਪਣੇ ਸਟਾਫ ਦੇ ਨਾਲ ਹੀ ਉਹ ਗ੍ਰਾਹਕ ਜੋ ਉਹਨਾਂ ਦੀ ਸਰਵਿਸ ਦੀ ਵਰਤੋਂ ਕਰਦੇ ਸਨ ਤੇ ਜਿਨ੍ਹਾਂ ਦੇ ਉੱਤੇ ਇਸ ਦਾ ਪ੍ਰਭਾਵ ਪਵੇਗਾ ਉਹਨਾਂ ਤੋਂ ਮਾਫੀ ਵੀ ਮੰਗੀ ਹੈ। ਕਈ ਦਹਾਕਿਆਂ ਤੋਂ ਇਹ ਕੰਪਨੀ ਕੈਨੇਡਾ ਦੇ ਵਿੱਚ ਆਪਣੀ ਸਰਵਿਸ ਚਲਾ ਰਹੀ ਸੀ, ਜਿਨ੍ਹਾਂ ਦੇ ਵੱਲੋਂ ਇੱਥੇ ਇਹ ਦੱਸਿਆ ਗਿਆ ਹੈ ਕਿ ਜਿਨ੍ਹਾਂ ਨੇ ਆਪਣੀ ਟਿਕਟ ਬੁੱਕ ਵੀ ਕਰਵਾਈ ਹੋਈ ਹੈ ਤਾਂ ਉਹਨਾਂ ਨੂੰ ਉਹਨਾਂ ਦੀ ਟਿਕਟ ਦੇ ਪੈਸੇ ਜੂਨ ਦੇ ਅੰਤ ਤੱਕ ਵਾਪਸ ਮਿਲ ਜਾਣਗੇ। ਐਲਬਰਟਾ ਦੇ ਵਿੱਚ ਸਿਹਤ ਅਧਿਕਾਰੀਆਂ ਨੇ ਐਲਾਨ ਕੀਤਾ ਹੈ ਕਿ ਉੱਥੇ ਪਬਲਿਕ ਥਾਂ ਦੇ ਉੱਤੇ ਯਾਨੀ ਕਿ ਜਨਤਕ ਥਾਂ ਦੇ ਉੱਤੇ ਜਿਹੜੇ ਵੀ ਵਿਅਕਤੀ ਮਾਸਕ ਪਾਉਣ ਨੂੰ ਇਨਕਾਰ ਕਰਦੇ ਨੇ, ਇਹ ਕਹਿੰਦੇ ਹੋਏ ਕਿ ਉਹਨਾਂ ਨੂੰ ਸਿਹਤ ਸੰਬੰਧੀ ਕੋਈ ਦਿੱਕਤ ਹੈ ਤਾਂ ਉਹ ਮਾਸਕ ਨਹੀਂ ਪਾ ਸਕਦੇ, ਜਿਵੇਂ ਜਾਂ ਉਹਨਾਂ ਨੂੰ ਸਾਹ ਦੀ ਕੋਈ ਬਿਮਾਰੀ ਹੈ ਜਾਂ ਫਿਰ ਕੋਈ ਹੋਰ ਬਿਮਾਰੀ ਹੈ ਜਿਸ ਕਰਕੇ ਮਾਸਕ ਪਾਉਣ ਨਾਲ ਉਹਨਾਂ ਨੂੰ ਦਿੱਕਤ ਆਉਂਦੀ ਹੈ। ਕਿਉਂਕਿ ਜੋ ਕੈਨੇਡਾ ਭਰ ਦੇ ਵਿੱਚ ਹੀ ਨਹੀਂ ਸਗੋਂ ਹੋਰ ਵੀ ਕਈ ਥਾਵਾਂ ਦੇ ਉੱਤੇ ਇੱਥੇ ਵੀ ਮਾਸਕ ਪਾਉਣੇ ਲਾਜ਼ਮੀ ਨਹੀਂ। ਉੱਥੇ ਛੋਟ ਹੈ ਉਹ ਸਿਰਫ ਉਹਨਾਂ ਨੂੰ ਹੈ ਜਿਹੜੇ ਕਿ 2 ਸਾਲ ਦੀ ਉਮਰ ਤੋਂ ਘੱਟ ਦੇ ਬੱਚੇ ਨੇ ਜਾਂ ਫਿਰ ਉਹ ਵਿਅਕਤੀ ਜਿਨ੍ਹਾਂ ਨੂੰ ਕੋਈ ਸਾਹ ਨਾਲ ਸੰਬੰਧਿਤ ਜਾਂ ਕੋਈ ਹੋਰ ਬਿਮਾਰੀ ਹੈ
ਕਿ ਉਸ ਬਿਮਾਰੀ ਦੇ ਦੌਰਾਨ ਉਹ ਮਾਸਕ ਨਹੀਂ ਪਾ ਸਕਦੇ। ਤਾਂ ਇਸ ਦੌਰਾਨ ਅਲਬਰਟਾ ਤੋਂ ਸਿਹਤ ਅਧਿਕਾਰੀਆਂ ਨੇ ਕਿਹਾ ਕਿ ਅਜਿਹੇ ਵਿੱਚ ਜਿਹੜੇ ਵੀ ਵਿਅਕਤੀ ਦੇ ਵੱਲੋਂ ਇਨਕਾਰ ਕੀਤਾ ਜਾਵੇਗਾ ਕਿ ਉਹ ਕਿਸੇ ਬਿਮਾਰੀ ਦੇ ਕਰਕੇ ਮਾਸਕ ਨਹੀਂ ਪਾ ਰਿਹਾ ਤਾਂ ਉਸ ਨੂੰ ਨਾਲ ਦੀ ਨਾਲ ਇੱਕ ਚਿੱਠੀ ਦਿਖਾਉਣੀ ਪਵੇਗੀ, ਅਧਿਕਾਰਤ ਹੋਵੇਗੀ, ਜੋ ਕਿ ਉਸ ਦੇ ਡਾਕਟਰ ਦੇ ਵੱਲੋਂ ਉਹ ਦਿੱਤੀ ਗਈ ਹੋ ਸਕਦੀ ਹੈ, ਜਿਸ ਦੇ ਵਿੱਚ ਇਹ ਲਿਖਿਆ ਹੋਵੇ ਕਿ ਉਸ ਨੂੰ ਕਿਸੇ ਬਿਮਾਰੀ ਦੇ ਕਰਕੇ ਜੋ ਕਾਰਨ ਦੱਸ ਰਿਹਾ ਉਹ ਸਹੀ ਹੈ ਤੇ ਉਹ ਮਾਸਕ ਪਾ ਨਹੀਂ ਸਕਦਾ। ਜੇਕਰ ਅਜਿਹੀ ਉਸ ਦੇ ਵੱਲੋਂ ਉਸ ਚਿੱਠੀ ਦੇ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਤਾਂ ਹੀ ਉਸ ਨੂੰ ਇਜਾਜ਼ਤ ਹੋਵੇਗੀ, ਨਹੀਂ ਤਾਂ ਆਮ ਦੀ ਤਰ੍ਹਾਂ ਜਿਵੇਂ ਕਿ ਜਨਤਕ ਥਾਂ ਦੇ ਉੱਤੇ ਮਾਸਕ ਨਾ ਪਾਉਣ ਦੇ ਉੱਤੇ ਫਾਈਨ ਹੁੰਦਾ ਹੈ ਤਾਂ ਉਸ ਨੂੰ ਵੀ ਫਾਈਨ ਦਾ ਸਾਹਮਣਾ ਕਰਨਾ ਪਵੇਗਾ। ਅਗਲੀ ਖਬਰ ਹੈ ਕਿ ਕੈਨੇਡਾ ਦਾ ਜੋ ਡਾਲਰ ਹੈ ਪਹਿਲਾਂ ਨਾਲੋਂ ਮਜ਼ਬੂਤ ਹੋਇਆ ਹੈ। ਇਸ ਸਮੇਂ ਆਰਥਿਕਤਾ ਨੂੰ ਲੈ ਕੇ ਜੋ ਪ੍ਰਭਾਵ ਵੀ ਪਿਆ ਮਹਾਮਾਰੀ ਦੇ ਕਰਕੇ, ਪਰ ਇਸ ਦੌਰਾਨ ਵੀ ਕੈਨੇਡਾ ਦਾ ਡਾਲਰ ਮਜ਼ਬੂਤ ਹੋਣ ਦੇ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਅਮਰੀਕਾ ਦੇ ਨਾਲ ਤੁਲਨਾ ਕੀਤੀ ਜਾਵੇ ਜਾਂ ਫਿਰ G10 ਜੋ ਵੀ ਕਰੰਸੀਆਂ ਨੇ ਦੇਸ਼ਾਂ ਦੀਆਂ, ਉਸ ਦੇ ਨਾਲ ਤੁਲਨਾ ਕੀਤੀ ਜਾਵੇ ਤਾਂ ਇਸ ਸੰਬੰਧੀ ਅੰਕੜੇ ਵੀ ਦਿੱਤੇ ਗਏ ਨੇ ਤੇ ਨਾਲ ਹੀ ਦੱਸਿਆ ਗਿਆ ਕਿ ਕੈਨੇਡਾ ਦਾ ਡਾਲਰ ਹੈ ਜੋ ਪਹਿਲਾਂ ਨਾਲੋਂ ਮਜ਼ਬੂਤ ਹੋਇਆ ਹੈ। ਸਾਲ 2015 ਤੋਂ ਬਾਅਦ ਕਾਫੀ ਵੱਡਾ ਉਛਾਲ ਇਸ ਦੇ ਵਿੱਚ ਦੇਖਿਆ ਗਿਆ, ਜਿਸ ਤੋਂ ਬਾਅਦ ਤੇਲ ਦੇ ਰੇਟ ਵੀ ਉੱਪਰ ਗਏ ਨੇ ਤੇ ਨਾਲ ਹੀ ਹੋਰ ਵੀ ਕਈ ਚੀਜ਼ਾਂ ਦੇ ਉੱਤੇ ਇਸ ਦਾ ਪ੍ਰਭਾਵ ਪਿਆ ਹੈ। ਹੁਣ ਤੁਹਾਨੂੰ ਜਾਣਕਾਰੀ ਦੇਵਾਂਗੇ ਕਿ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜੋ ਵੱਖ-ਵੱਖਰੀਆਂ ਸਟਰੀਮਸ ਦੇ ਰਾਹੀਂ PR ਦੇਣ ਦੇ ਲਈ ਐਪਲੀਕੇਸ਼ਨਸ ਖੋਲੀਆਂ ਗਈਆਂ, ਉਸ ਦੇ ਵਿੱਚ ਤਾਜ਼ਾ ਕੀ ਅਪਡੇਟ ਹੈ। ਦਰਅਸਲ 6 ਮਈ ਨੂੰ ਇਹ ਸਟਰੀਮਸ ਖੋਲੀਆਂ ਗਈਆਂ ਸੀ, ਜਿਸ ਤੋਂ ਅਗਲੇ ਦਿਨ ਤੱਕ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਜਿਹੜੀਆਂ 40,000 ਫਾਈਲਾਂ ਸਨ ਉਹ ਤਾਂ ਪੂਰੀਆਂ ਹੋ ਗਈਆਂ ਸੀ। ਉਸ ਸਟਰੀਮ ਨੂੰ ਬੰਦ ਕਰ ਦਿੱਤਾ ਗਿਆ, ਪਰ ਜੋ ਸਿਹਤ ਕਾਮੇ ਨੇ ਕਿ ਉਹਨਾਂ ਦੀਆਂ 20,000 ਫਾਈਲਾਂ ਨੇ, 20,000 ਦੇ ਵਿੱਚੋਂ 12,024 ਫਾਈਲਾਂ ਹੁਣ ਤੱਕ ਲੱਗ ਚੁੱਕੀਆਂ ਨੇ। 6:36 ਦੇ ਉੱਤੇ ਜੋ ਆਖਰੀ ਅਪਡੇਟ ਦਿੱਤੀ ਗਈ ਹੈ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ, ਉਸ ਮੁਤਾਬਕ ਇਸ ਦੇ ਨਾਲ ਹੀ ਜਿਹੜੇ ਜ਼ਰੂਰੀ ਕਾਮੇ ਨੇ ਉਹਨਾਂ ਦੇ ਵਿੱਚ 30,000 ਦੇ ਵਿੱਚੋਂ 8,017 ਫਾਈਲਾਂ PR ਦੇ ਵਾਸਤੇ ਲੱਗ ਚੁੱਕੀਆਂ ਨੇ। ਇਸ ਦੇ ਨਾਲ ਜਿਹੜੇ ਫ੍ਰੈਂਚ ਬੋਲਣ ਵਾਲੇ ਨੇ ਉਹਨਾਂ ਵਿੱਚ ਸਿਹਤ ਕਾਮੇ ਨੇ ਜੋ ਉਹਨਾਂ ਦੀਆਂ 20 ਫਾਈਲਾਂ ਹੁਣ ਤੱਕ ਲੱਗੀਆਂ ਨੇ, ਜ਼ਰੂਰੀ ਕਾਮੇ ਨੇ ਜੋ ਉਹਨਾਂ ਦੀਆਂ 306 ਫਾਈਲਾਂ ਹੁਣ ਤੱਕ ਲੱਗੀਆਂ ਨੇ, ਇੰਟਰਨੈਸ਼ਨਲ ਗ੍ਰੈਜੂਏਟ ਨੇ ਜੋ ਉਹਨਾਂ ਦੀਆਂ ਹੁਣ ਤੱਕ 124 ਫਾਈਲਾਂ PR ਦੇ ਵਾਸਤੇ ਲੱਗ ਚੁੱਕੀਆਂ ਨੇ। ਇਸ ਤਰ੍ਹਾਂ ਹੁਣ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਤਾਜ਼ਾ ਅੰਕੜੇ ਜਾਰੀ ਕੀਤੇ ਗਏ ਨੇ, ਜਿਸ ਦੇ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਸਾਲ 2021 ਦੇ ਵਿੱਚ ਹੁਣ ਤੱਕ 70,000 ਪ੍ਰਵਾਸੀਆਂ ਨੂੰ PR ਦਿੱਤੀ ਜਾ ਚੁੱਕੀ ਹੈ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਮਾਰਚ 2021 ਦੇ ਮਹੀਨੇ ਉਹਨਾਂ ਦੇ ਵੱਲੋਂ 22,425 ਪ੍ਰਵਾਸੀਆਂ ਦਾ ਸਵਾਗਤ ਕੀਤਾ ਗਿਆ, ਯਾਨੀ ਕਿ 22,425 ਵਿਅਕਤੀ ਕੈਨੇਡਾ ਵਿੱਚ ਪੱਕੇ ਕੀਤੇ ਗਏ ਨੇ। ਇਸ ਦੌਰਾਨ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਅੰਕੜੇ ਜਾਰੀ ਕੀਤੇ ਗਏ ਨੇ, ਜਿਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ ਕਿ ਸਾਲ 2021 ਜਦੋਂ ਤੋਂ ਸ਼ੁਰੂ ਹੋਇਆ ਉਦੋਂ ਤੋਂ ਹੁਣ ਤੱਕ 70,000 ਪ੍ਰਵਾਸੀਆਂ ਦਾ ਸਵਾਗਤ ਕੀਤਾ ਜਾ ਚੁੱਕਿਆ ਹੈ, ਯਾਨੀ ਕਿ ਉਹ ਪੱਕੇ ਕੀਤੇ ਜਾ ਚੁੱਕੇ ਨੇ। ਪਿਛਲੇ ਸਾਲ ਨਾਲੋਂ ਇਹ ਅੰਕੜਾ ਕਾਫੀ ਜ਼ਿਆਦਾ ਹੈ ਤੇ ਇਸ ਸਾਲ ਉਸ ਟੀਚੇ ਨੂੰ ਪੂਰਾ ਕਰਨ ਦੇ ਵਾਸਤੇ ਕੋਸ਼ਿਸ਼ ਹੈ ਜੋ ਅਕਤੂਬਰ 2020 ਦੇ ਵਿੱਚ ਇਮੀਗ੍ਰੇਸ਼ਨ ਵਿਭਾਗ ਨੇ ਐਲਾਨ ਕੀਤਾ ਸੀ ਕਿ ਸਾਲ 2021 ਵਿੱਚ 4,01,000 ਨਵੇਂ ਪ੍ਰਵਾਸੀਆਂ ਨੂੰ PR ਦਿੱਤੀ ਜਾਵੇਗੀ। ਇਮੀਗ੍ਰੇਸ਼ਨ ਵਿਭਾਗ ਨੇ ਪਿਛਲੇ ਸਾਲ ਯਾਨੀ ਕਿ ਸਾਲ 2020 ਦੇ ਦੌਰਾਨ COVID-19 ਦੇ ਕਰਕੇ ਜਿਵੇਂ ਕਿ ਇਮੀਗ੍ਰੇਸ਼ਨ ਦੇ ਕੰਮ ਦੇ ਉੱਤੇ ਵੀ ਪ੍ਰਭਾਵ ਪਿਆ ਤਾਂ ਉਸ ਮੌਕੇ 1,84,000 ਪ੍ਰਵਾਸੀਆਂ ਨੂੰ ਹੀ ਪੱਕੇ ਕੀਤਾ ਸੀ, ਜਦਕਿ ਉਸ ਤੋਂ ਪਹਿਲਾਂ ਸਾਲ 2019 ਦੇ ਵਿੱਚ ਇੱਕ ਸਾਲ ਦੇ ਅੰਦਰ 3,41,000 ਪ੍ਰਵਾਸੀ ਪੱਕੇ ਕੀਤੇ ਗਏ ਸਨ। ਇਸ ਮੌਕੇ ਜੋ COVID-19 ਦੇ ਕਰਕੇ ਹਦਾਇਤਾਂ ਵੀ ਲੱਗੀਆਂ ਹੋਈਆਂ ਨੇ, ਟਰੈਵਲ ਦੇ ਉੱਤੇ ਵੀ ਰੋਕ ਲੱਗੀ ਹੋਈ ਹੈ, ਉਸ ਨੂੰ ਦੇਖਦੇ ਹੋਏ ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਇਸ ਸਮੇਂ ਪੱਕੇ ਕਰਨ ਦੇ ਵਾਸਤੇ ਉਹਨਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿਹੜੇ ਕਿ ਪਹਿਲਾਂ ਤੋਂ ਕੈਨੇਡਾ ਦੇ ਵਿੱਚ ਮੌਜੂਦ ਨੇ, ਜਿਨ੍ਹਾਂ ਦੇ ਵਾਸਤੇ ਜੋ ਵੱਖੋ-ਵੱਖਰੇ ਪ੍ਰੋਗਰਾਮ ਵੀ ਲਾਂਚ ਕੀਤੇ ਗਏ, ਜਿਸ ਤਰ੍ਹਾਂ ਹੀ ਕੈਨੇਡਾ ਵਿੱਚ ਕੰਮ ਕਰਨ ਵਾਲੇ ਤੇ ਨਾਲ ਹੀ ਇੰਟਰਨੈਸ਼ਨਲ ਸਟੂਡੈਂਟ ਨੇ ਜੋ ਉਹਨਾਂ ਨੂੰ ਮੌਕਾ ਦਿੱਤਾ ਗਿਆ PR ਲੈਣ ਦੇ ਵਾਸਤੇ, ਜਿਨ੍ਹਾਂ ਵਿੱਚ ਇੰਟਰਨੈਸ਼ਨਲ ਸਟੂਡੈਂਟਸ ਦੇ ਵਾਸਤੇ ਤਾਂ ਸਟਰੀਮ ਬੰਦ ਹੋ ਗਈ, ਪਰ ਵਰਕ ਪਰਮਿਟ ਵਾਲਿਆਂ ਦੇ ਵਾਸਤੇ ਹਜੇ ਵੀ ਕਾਫੀ ਗਿਣਤੀ ਦੇ ਵਿੱਚ ਫਾਈਲਾਂ ਪਈਆਂ ਨੇ ਕਿ PR ਲਗਾਈ ਜਾ ਸਕਦੀ ਹੈ। ਇਸ ਸਮੇਂ ਜਿਹੜੀਆਂ ਨਵੀਆਂ ਸਟਰੀਮ ਖੋਲੀਆਂ ਗਈਆਂ ਉਹਨਾਂ ਦੇ ਬਾਰੇ ਗੱਲ ਕਰੀਏ ਤਾਂ ਜਿਹੜੇ ਸਿਹਤ ਕਾਮੇ ਨੇ ਉਹਨਾਂ ਵਾਸਤੇ 20,000 ਫਾਈਲਾਂ ਖੋਲੀਆਂ ਗਈਆਂ ਸੀ ਪੱਕੇ ਕਰਨ ਵਾਸਤੇ। ਉਹਨਾਂ ਵਿੱਚ ਹੁਣ ਤੱਕ 1197 ਫਾਈਲਾਂ ਹੀ ਲੱਗੀਆਂ ਨੇ, ਜੋ ਕਿ ਅੱਜ ਸਵੇਰੇ 9:56 ਦੇ ਉੱਤੇ ਆਖਰੀ ਅਪਡੇਟ ਦਿੱਤੀ ਗਈ ਹੈ। ਇਸ ਨਾਲ ਹੀ ਜਿਹੜੇ ਕਿ ਸਿਹਤ ਕਾਮਿਆਂ ਤੋਂ ਇਲਾਵਾ ਜ਼ਰੂਰੀ ਕਾਮੇ ਨੇ ਉਹਨਾਂ ਦੇ ਵਿੱਚ 30,000 ਫਾਈਲਾਂ ਖੋਲੀਆਂ ਗਈਆਂ ਸੀ ਤਾਂ 7,899 ਫਾਈਲਾਂ ਉਸ ਦੇ ਵਿੱਚ ਲੱਗੀਆਂ ਨੇ। ਇਹ ਵੀ 9:56 ਦੀ ਆਖਰੀ ਅਪਡੇਟ ਹੈ। ਇੰਟਰਨੈਸ਼ਨਲ ਗ੍ਰੈਜੂਏਟਸ ਦੀਆਂ 40,000 ਫਾਈਲਾਂ ਪੂਰੀਆਂ ਹੋ ਚੁੱਕੀਆਂ ਨੇ ਤੇ ਨਾਲ ਹੀ ਜਿਸ ਵਿੱਚ ਕੋਈ ਵੀ ਸੀਮਾ ਨਹੀਂ ਹੈ। ਫ੍ਰੈਂਚ ਬੋਲਣ ਵਾਲਿਆਂ ਵਿੱਚ ਜੋ ਸਿਹਤ ਕਾਮੇ ਨੇ ਉਸ ਦੇ ਵਿੱਚ 17 ਫਾਈਲਾਂ ਹੀ ਲੱਗੀਆਂ ਨੇ ਤੇ ਜ਼ਰੂਰੀ ਕਾਮੇ ਨੇ ਜੋ ਫ੍ਰੈਂਚ ਬੋਲਣ ਵਾਲੇ ਉਸ ਦੇ ਵਿੱਚ 300 ਫਾਈਲਾਂ ਹੀ ਲੱਗੀਆਂ ਨੇ ਤੇ ਜੋ ਇੰਟਰਨੈਸ਼ਨਲ ਗ੍ਰੈਜੂਏਟ ਨੇ ਫ੍ਰੈਂਚ ਬੋਲਣ ਵਾਲੇ ਉਸ ਦੇ ਵਿੱਚ 122 ਫਾਈਲਾਂ ਹੀ ਲੱਗੀਆਂ ਨੇ। ਤੇ ਇਸ ਦੌਰਾਨ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਟੀਚਾ ਮਿਥਿਆ ਗਿਆ ਕਿ ਇਸ ਸਾਲ ਦੇ ਅੰਤ ਤੱਕ 4 ਲੱਖ ਤੋਂ ਵੱਧ ਪ੍ਰਵਾਸੀਆਂ ਨੂੰ PR ਦਿੱਤੀ ਜਾਣੀ ਹੈ।
ਪਰ ਇਸ ਸਮੇਂ ਜੋ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਸਿਰਫ ਇਹ ਪ੍ਰੋਗਰਾਮ ਹੀ ਨਹੀਂ ਸਗੋਂ ਐਕਸਪ੍ਰੈਸ ਐਂਟਰੀ ਦੇ ਡਰਾਅ ਵੀ ਕੱਢੇ ਜਾ ਰਹੇ ਨੇ, ਉਹ CEC ਕਲਾਸ ਜਾਂ ਫਿਰ PNP ਅਪਰੂਵਲ ਵਾਲਿਆਂ ਵਾਸਤੇ ਕੱਢੇ ਜਾ ਰਹੇ ਨੇ। ਇਹ ਉਹ ਨੇ ਜਿਹੜੇ ਕਿ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ ਨੇ। ਫਿਲਹਾਲ ਸਾਲ 2021 ਦੇ ਵਿੱਚ ਇੱਕ ਵੀ ਐਕਸਪ੍ਰੈਸ ਐਂਟਰੀ ਦਾ ਡਰਾਅ IEC ਕਲਾਸ ਯਾਨੀ ਕਿ ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਦੇ ਵਾਸਤੇ ਨਹੀਂ ਨਿਕਲਿਆ, ਸਿਰਫ ਕੈਨੇਡੀਅਨ ਐਕਸਪੀਰੀਅੰਸ ਕਲਾਸ ਦੇ ਵਾਸਤੇ ਹੀ ਫਿਲਹਾਲ ਜਿਨ੍ਹਾਂ ਦਾ ਕੈਨੇਡਾ ਵਿੱਚ ਕੰਮ ਕਰਨ ਦਾ ਅਨੁਭਵ ਹੈ PR ਦੇ ਵਾਸਤੇ ਡਰਾਅ ਕੱਢੇ ਜਾ ਰਹੇ ਨੇ। ਅਗਲੀ ਖਬਰ ਹੈ ਜੋ ਅੱਜ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਡਰਾਅ ਕੱਢਿਆ ਹੈ। ਐਕਸਪ੍ਰੈਸ ਐਂਟਰੀ ਤਹਿਤ ਕੱਢੇ ਗਏ ਇਸ ਡਰਾਅ ਦੇ ਵਿੱਚ ਕਈ ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਗਏ ਨੇ PR ਦੇ ਵਾਸਤੇ। ਕੈਨੇਡੀਅਨ ਐਕਸਪੀਰੀਅੰਸ ਕਲਾਸ ਯਾਨੀ ਕਿ ਜਿਨ੍ਹਾਂ ਨੂੰ ਕੈਨੇਡਾ ਵਿੱਚ ਕੰਮ ਕਰਨ ਦਾ ਅਨੁਭਵ ਹੈ ਉਹਨਾਂ ਦੇ ਵਾਸਤੇ ਡਰਾਅ ਕੱਢਿਆ ਗਿਆ। ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਵਾਂਗੇ। ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਅੱਜ ਐਕਸਪ੍ਰੈਸ ਐਂਟਰੀ ਦੇ ਲਈ ਨਵਾਂ ਡਰਾਅ ਕੱਢ ਦਿੱਤਾ ਹੈ। 13 ਮਈ ਨੂੰ ਕੱਢੇ ਗਏ ਇਸ ਡਰਾਅ ਦੇ ਵਿੱਚ ਜੋ CRS ਸਕੋਰ ਹੈ ਘੱਟੋ ਘੱਟ ਉਹ 401 ਤੱਕ ਗਿਆ ਹੈ। ਇਸ ਦੌਰਾਨ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲਿਆਂ ਵਾਸਤੇ ਹੀ ਇਹ ਡਰਾਅ ਨਿਕਲਿਆ ਯਾਨੀ ਕਿ ਜਿਨ੍ਹਾਂ ਦੇ ਕੋਲ ਕੈਨੇਡਾ ਵਿੱਚ ਕੰਮ ਕਰਨ ਦਾ ਘੱਟੋ ਘੱਟ 1 ਸਾਲ ਤੱਕ ਦਾ ਅਨੁਭਵ ਹੋਵੇ ਉਹਨਾਂ ਦੇ ਵਾਸਤੇ ਇਨਵੀਟੇਸ਼ਨ ਗਏ ਨੇ। ਜਿਸ ਦੇ ਬਾਰੇ ਇਮੀਗ੍ਰੇਸ਼ਨ ਵਿਭਾਗ ਨੇ ਜਾਣਕਾਰੀ ਦਿੱਤੀ ਹੈ ਕਿ ਘੱਟੋ ਘੱਟ 401 ਸਕੋਰ ਵਾਲੇ ਜਾਂ ਫਿਰ ਜਿਨ੍ਹਾਂ ਦਾ ਸਕੋਰ ਇਸ ਤੋਂ ਜ਼ਿਆਦਾ ਸੀ ਉਹਨਾਂ ਦੇ ਵਿੱਚ 4147 ਵਿਅਕਤੀਆਂ ਨੂੰ ਅੱਜ PR ਦੇ ਵਾਸਤੇ ਇਨਵੀਟੇਸ਼ਨ ਭੇਜੇ ਗਏ ਨੇ। ਇਸ ਮੌਕੇ ਇਹ ਵੀ ਜਾਣਕਾਰੀ ਹੈ ਕਿ ਇਹ ਇਨਵੀਟੇਸ਼ਨ ਉਹਨਾਂ ਨੂੰ ਭੇਜੇ ਗਏ ਨੇ ਜਿਨ੍ਹਾਂ ਨੇ 13 ਮਈ 2021 ਤੋਂ ਪਹਿਲਾਂ ਐਕਸਪ੍ਰੈਸ ਐਂਟਰੀ ਦੇ ਵਾਸਤੇ ਆਪਣੀ ਪ੍ਰੋਫਾਈਲ ਜਮ੍ਹਾਂ ਕਰਵਾ ਦਿੱਤੀ ਸੀ। ਹੁਣ ਤੱਕ ਕੈਨੇਡਾ ਦੇ ਵੱਲੋਂ 2021 ਦੇ ਵਿੱਚ 66475 ਕੈਂਡੀਡੇਟਸ ਨੂੰ PR ਦੇ ਵਾਸਤੇ ਇਨਵੀਟੇਸ਼ਨ ਭੇਜੇ ਜਾ ਚੁੱਕੇ ਨੇ। ਜੋ ਹੁਣ ਤੱਕ ਡਰਾਅ ਕੱਢੇ ਨੇ ਉਸ ਦੇ ਵਿੱਚ ਸਭ ਤੋਂ ਵੱਡਾ ਡਰਾਅ ਫਰਵਰੀ 13 ਨੂੰ ਕੱਢਿਆ ਗਿਆ ਸੀ ਜਦੋਂ 27000 ਤੋਂ ਵੱਧ ਕੈਂਡੀਡੇਟਸ ਨੂੰ ਇਨਵੀਟੇਸ਼ਨ ਭੇਜੇ ਸੀ PR ਦੇ ਵਾਸਤੇ ਜਿਹੜੇ ਕਿ ਕੈਨੇਡਾ ਦੇ ਵਿੱਚ ਹੀ ਮੌਜੂਦ ਸਨ। ਇਸ ਮੌਕੇ ਜਿਵੇਂ ਕਿ ਟੀਚਾ ਹੈ ਕਿ 4,01,000 ਪ੍ਰਵਾਸੀਆਂ ਨੂੰ ਕੈਨੇਡਾ ਵਿੱਚ ਇਸ ਸਾਲ ਪੱਕੇ ਕੀਤਾ ਜਾਣਾ ਹੈ ਤਾਂ ਇਸ ਦੇ ਬਾਰੇ ਜੋ ਇਮੀਗ੍ਰੇਸ਼ਨ ਵਿਭਾਗ ਦੇ ਵੱਲੋਂ ਜਾਣਕਾਰੀ ਦਿੱਤੀ ਜਾ ਰਹੀ ਹੈ ਉਸ ਮੁਤਾਬਕ ਵੱਖੋ ਵੱਖਰੇ ਪ੍ਰੋਗਰਾਮਸ ਦੇ ਤਹਿਤ ਫਿਲਹਾਲ ਪਹਿਲ ਉਹਨਾਂ ਨੂੰ ਹੀ ਦਿੱਤੀ ਜਾ ਰਹੀ ਹੈ PR ਦੇਣ ਦੇ ਲਈ ਜਿਹੜੇ ਪਹਿਲਾਂ ਤੋਂ ਕੈਨੇਡਾ ਵਿੱਚ ਮੌਜੂਦ ਨੇ ਜਾਂ ਫਿਰ ਜਿਨ੍ਹਾਂ ਨੂੰ ਕੈਨੇਡਾ ਵਿੱਚ ਕੰਮ ਕਰਨ ਦਾ ਅਨੁਭਵ ਹੈ। ਜਿਵੇਂ ਕਿ ਹੁਣ ਤੱਕ ਐਕਸਪ੍ਰੈਸ ਐਂਟਰੀ ਦੇ ਡਰਾਅ ਵੀ ਨਿਕਲ ਰਹੇ ਨੇ ਤਾਂ ਉਸ ਦੇ ਵਿੱਚ ਜੋ ਕੱਲ ਡਰਾਅ ਨਿਕਲਿਆ ਸੀ ਉਹ PNP ਅਪਰੂਵਲ ਵਾਲਿਆਂ ਵਾਸਤੇ ਸੀ ਤੇ ਅੱਜ CEC ਵਾਲਿਆਂ ਵਾਸਤੇ ਨਿਕਲਿਆ ਯਾਨੀ ਕਿ ਕੈਨੇਡੀਅਨ ਐਕਸਪੀਰੀਅੰਸ ਕਲਾਸ ਵਾਲਿਆਂ ਵਾਸਤੇ। ਤੇ ਸਾਲ 2021 ਵਿੱਚ ਹੁਣ ਤੱਕ ਇਹ ਦੋਵੇਂ ਸਟਰੀਮਸ ਨੇ ਜਿਨ੍ਹਾਂ ਦੇ ਅਧੀਨ ਹੁਣ ਤੱਕ ਐਕਸਪ੍ਰੈਸ ਐਂਟਰੀ ਦੇ ਡਰਾਅ ਨਿਕਲ ਰਹੇ ਨੇ ਜਿਹੜੇ ਕਿ ਕੈਨੇਡਾ ਤੋਂ ਬਾਹਰ ਮੌਜੂਦ ਨੇ। ਇੰਟਰਨੈਸ਼ਨਲ ਐਕਸਪੀਰੀਅੰਸ ਕਲਾਸ ਵਾਲੇ ਯਾਨੀ ਕਿ ਜਿਨ੍ਹਾਂ ਨੂੰ ਬਾਹਰਲੇ ਮੁਲਕਾਂ ਵਿੱਚ ਕੰਮ ਕਰਨ ਦਾ ਅਨੁਭਵ ਹੈ ਉਸ ਨਾਲ ਸੰਬੰਧਿਤ ਇਸ ਸਾਲ ਦੇ ਵਿੱਚ ਤਾਂ ਕੋਈ ਵੀ ਡਰਾਅ ਨਹੀਂ ਨਿਕਲਿਆ ਹੈ। ਜਿਸ ਦੇ ਪਿੱਛੇ ਮੁੱਖ ਕਾਰਨ ਇਹੋ ਮੰਨਿਆ ਜਾ ਰਿਹਾ ਹੈ ਕਿ ਜੋ ਟਰੈਵਲ ਨੂੰ ਲੈ ਕੇ ਰੋਕ ਲੱਗੀ ਹੋਈ ਹੈ ਉਸ ਦੇ ਕਰਕੇ ਜੋ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ ਨੇ ਉਹਨਾਂ ਨੂੰ ਪਹਿਲਾਂ PR ਦੇ ਵਾਸਤੇ ਪਹਿਲ ਦਿੱਤੀ ਜਾ ਰਹੀ ਹੈ। ਜੋ ਇਮੀਗ੍ਰੇਸ਼ਨ ਵਿਭਾਗ ਨੇ ਤਾਜ਼ਾ ਅਪਡੇਟ ਦਿੱਤੀ ਹੈ ਉਸ ਮੁਤਾਬਕ ਸਾਲ 2021 ਵਿੱਚ ਹੁਣ ਤੱਕ 70000 ਵਿਅਕਤੀਆਂ ਨੂੰ ਪੱਕੇ ਵੀ ਕੀਤਾ ਜਾ ਚੁੱਕਿਆ ਹੈ ਜਿਸ ਦੇ ਬਾਰੇ ਪਹਿਲਾਂ ਤੁਹਾਨੂੰ ਜਾਣਕਾਰੀ ਵੀ ਦਿੱਤੀ ਹੈ। ਪਰ ਜੋ ਤਾਜ਼ਾ ਇਸ ਸਮੇਂ CEC ਕਲਾਸ ਵਾਲਿਆਂ ਵਾਸਤੇ ਡਰਾਅ ਨਿਕਲਿਆ ਉਸ ਦੇ ਵਿੱਚ 4100 ਤੋਂ ਜ਼ਿਆਦਾ ਕੈਂਡੀਡੇਟਸ ਨੂੰ ਇਨਵੀਟੇਸ਼ਨ PR ਦੇ ਵਾਸਤੇ ਭੇਜੇ ਗਏ ਨੇ। ਇਸ ਦੇ ਨਾਲ ਹੀ ਅੱਜ ਦੇ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।